ਸਾਰਿਆਂ ਨੂੰ ਪਤਾ ਕਿ 90% ਪੰਜਾਬ ਦੇ ਵਿੱਚ ਝੋਨਾ ਲੱਗ ਚੁੱਕਿਆ। ਹੁਣ ਸਭ ਤੋਂ ਵੱਧ ਜ਼ੋਰ ਹੈਗਾ ਕਿਸਾਨਾਂ ਦਾ ਯੂਰੀਏ ਤੇ ਜ਼ੋਰ ਹੈਗਾ। ਇੱਕ ਤਾਂ ਮੈਂ ਸਭ ਤੋਂ ਵੱਧ ਕਿਸਾਨਾਂ ਨੂੰ ਸਾਡੇ ਨੂੰ ਬੇਨਤੀ ਕਰਨਾ ਚਾਹੁੰਦਾ, ਜਿਨ੍ਹਾਂ ਨੇ ਵੀ, ਕਿਉਂਕਿ ਜਿਹੜੇ ਤਾਂ ਹੁਣ ਜਾਣਕਾਰ ਨੇਗੇ ਉਹਨਾਂ ਨੂੰ ਤਾਂ ਪਤਾ ਹੈ, ਸਾਰੀ ਆਪਣਾ ਖੇਤੀਬਾੜੀ ਨਾਲ ਸੰਬੰਧਿਤ ਹੈ। ਕਈ ਨਾ ਸਾਡੇ ਕਿਸਾਨ ਵੀਰ ਕਹਿਣਗੇ ਵੀ ਠੰਡੇ ਸਵੇਰੇ ਰੇਹ ਪਾ ਦਿਓ, ਯੂਰੀਆ ਰੇਹ ਪਾ ਦਿਓ। ਯੂਨੀਵਰਸਿਟੀ ਦੀ ਸਿਫਾਰਿਸ਼ ਆ ਵੀ ਸ਼ਾਮ ਨੂੰ ਤੁਸੀਂ 5 ਜਾਂ 4 ਵਜੇ ਤੋਂ ਬਾਅਦ ਰੇਹ ਪਾਉਣ ਲੱਗੋ, ਵੀ ਸ਼ਾਮ ਨੂੰ ਪਾਉਣ ਲੱਗੋ। ਸ਼ਾਮ ਨੂੰ ਕਿਉਂ ਰੇਹ ਪਾਉਣ ਲੱਗੋ? ਕਿਉਂਕਿ ਸ਼ਾਮ ਨੂੰ ਆਪਣਾ ਮੂਹਰੇ ਰਾਤ ਆ ਜਾਂਦੀ, ਜੋ ਰਾਤ ਆ ਜਾਂਦੀ ਹੈ ਨਾ, ਵੀ ਰਾਤ ਕਿਉਂਕਿ ਸਾਰੀ ਰਾਤ ਠੰਡੀ ਹੁੰਦੀ ਹੈ, ਰਾਤ ਨੂੰ ਸੂਰਜ ਨਹੀਂ ਹੁੰਦਾ। ਸਭ ਨੂੰ ਪਤਾ ਕਿ ਇਹਦੇ ਵਿੱਚ ਕਿੰਨੀ ਨਾਈਟ੍ਰੋਜਨ ਦੇ ਉੱਪਰ ਲਿਖਿਆ ਵਾ, ਸਾਰਾ ਕੁਝ ਸਾਰਿਆਂ ਨੂੰ ਪਤਾ ਹੀ ਆ। ਮੈਂ ਬੜਾ ਗਿਆਨ ਨਹੀਂ ਦੱਸਣਾ ਚਾਹੁੰਦਾ, ਪਰ ਮੈਂ ਜਿੰਨੇ ਵੀ ਸਾਡੇ ਕਿਸਾਨ ਭਰਾਵਾਂ ਨੂੰ ਇਹ ਗੱਲ ਦੱਸਣਾ ਚਾਹੁੰਦਾ ਵੀ ਸਵੇਰੇ ਰੇਹ ਪਾਉਣ ਦਾ ਕੋਈ ਫਾਇਦਾ ਨਹੀਂ, ਦੁਪਹਿਰ ਦਾ ਕਿਉਂਕਿ ਹੁਣ ਸਾਰੇ ਪਾਉਂਦੇ ਨਹੀਂ, ਇੰਨਾ ਤਾਂ ਸਭ ਨੂੰ ਪਤਾ ਵੀ ਜਾਗਰੂਕ ਨੇਗੇ। ਪਰ ਸਵੇਰੇ ਰੇਹ ਪਾਏ ਦਾ ਵੀ ਨਹੀਂ ਕੋਈ ਫਾਇਦਾ, ਕਿਉਂਕਿ 8 ਵਜੇ ਦਾ ਸੂਰਜ ਪੂਰੀ ਤੁਹਾਨੂੰ ਪਤਾ ਤੇਵਰ ਦਿਖਾਉਣ ਲੱਗ ਜਾਂਦਾ, ਪੂਰਾ ਤੇਜ਼ ਹੋ ਜਾਂਦਾ ਸੂਰਜ। ਸ਼ਾਮ ਨੂੰ ਰੇਹ ਪਾਏ ਦਾ ਸਭ ਤੋਂ ਵੱਧ ਫਾਇਦਾ ਆਥਣੇ। ਤੇ ਬਾਕੀ ਹੁਣ ਰੇਹ ਛੱਡਦੇ ਹਾਂ ਅਸੀਂ। ਦੂਜੀ ਤੁਹਾਨੂੰ ਸਭ ਤੋਂ ਵੱਡੀ ਮੈਂ ਹੋਰ ਗੱਲ ਦੱਸਦਾ, ਅਸਲੀ ਜੱਟ ਦੀ ਪੁੱਤ ਦੀ ਪਛਾਣ ਕਿੱਥੋਂ ਹੁੰਦੀ? ਯੂਰੀਏ ਦੀ ਬੋਰੀ ਆਪਾਂ ਜ਼ਿਆਦਾਤਰ ਚੱਕ ਲੈਂਦੇ ਨਾ, ਬਲੇਡ ਜਾਂ ਕੁਝ ਹੋਰ ਚੱਕ ਲੈਂਦੇ ਆ। ਆਹ ਬੜਾ ਕਰਮੜਾ ਤੁਹਾਨੂੰ ਮੈਂ ਦਿਖਾਉਣਾ। ਆਹ ਇੱਕ ਤਾਗਾ ਹੁੰਦਾ, ਇਹਨੂੰ ਇਹ ਤਾਗੇ ਨੂੰ ਐਂ ਕੱਢ ਲਓ, ਬਾਹਲਾ ਖੋਜਣ ਦੀ ਲੋੜ ਨਹੀਂ, ਐ ਖਿੱਚਦਾ ਕਰੋ, ਐਂ ਬੋਰੀ ਖੁੱਲ ਜਾਂਦੀ ਹੈ। ਨਹੀਂ ਉਹੀ ਬਲੇਡ ਚੱਕੀ ਫਿਰਦੇ ਰਹਿਣੇ ਆ। ਲੈ ਆਹ ਬੋਰੀ ਖੁੱਲ ਜਾਂਦਾ ਯੂਰੀਏ ਦੀ। 1 ਮਿੰਟ ਦਾ ਕੰਮ ਹੈ ਇਹ ਅਸਲੀ ਪਛਾਣ ਹੈ ਬੰਦੇ ਦੀ, ਕਿਹੜੇ ਬੰਦੇ ਨੂੰ ਪਤਾ। ਆਰੇ ਲਿਆ ਉਧਰ ਤੁਮ ਵੀ ਲੈ, ਉਧਰ ਵੀ ਸੰਜੋਣਾ ਤੇ ਐ ਲੈ ਪੂਰੀ ਖੁੱਲ ਜਾਂਦੀ। 1 ਮਿੰਟ ਦਾ ਕੰਮ ਹੈ। ਹਾਂ ਸਾਰੇ ਪੂਰੇ ਜਿੰਨੇ ਮਰਜ਼ੀ ਸਾਰੀਆਂ ਖੋਲੂਗਾ। ਆ ਲੈ ਫੜਾ ਓਏ। ਆਹ ਇੱਕ ਤੁਹਾਨੂੰ ਮੈਂ ਹੋਰ ਬਹੁਤ ਜ਼ਰੂਰੀ ਗੱਲ ਦੱਸਣ ਲੱਗਦਾ, ਕਿਉਂਕਿ ਆਪਾਂ ਜਿਹੜੇ ਜੱਟ ਬੂਟ ਹੁੰਨੇ ਆ, ਆਪਾਂ ਤਾਂ ਐਂ ਚੱਕ ਦਿੰਦੇ ਆਪਣੇ ਜ਼ਖਮ ਜਿਹੜੇ ਹੋ ਜਾਂਦੇ ਨੇ। ਆ ਬੋਰੀ ਸਿੱਧੀ ਕਰੋ ਤੇ ਆਹ ਗਲਵਜ਼ ਜੇ ਪਾਉਣੇ ਜ਼ਰੂਰੀ ਨੇਗੇ। ਮੈਂ ਤਾਂ ਕਹਿੰਦਾ ਸਰਕਾਰ ਨੂੰ, ਜਿਵੇਂ ਕਰੋਨਾ ਵਾਲੇ ਨੂੰ ਪੀਪੀ ਕੱਢਾ ਦਿੱਤੇ ਹੋਏ ਨੇ, ਕਿਸਾਨਾਂ ਨੂੰ ਵੀ ਐਵੇਂ ਸਪਰੇਹਾਂ ਕਰਨ ਨੂੰ, ਐਵੇਂ ਸਾਰਾ ਸਿਸਟਮ ਸਰਕਾਰ ਨੂੰ ਇਹ ਜਿਹਾ ਮੁਹੱਈਆ ਕਰਾਉਣਾ ਚਾਹੀਦਾ। ਪਰ ਗੌਰਮੈਂਟ ਇਹੋ ਜਿਹੇ ਕਿਸਾਨਾਂ ਵੱਲ ਧਿਆਨ ਨਹੀਂ ਦਿੰਦੀ। ਤੁਸੀਂ ਬਾਹਰਲੇ ਕਿਸਾਨਾਂ ਵੱਲ ਨਿਗਾਹ ਮਾਰ ਲਓ। ਜਿੰਨੇ ਵੀ ਬਾਹਰਲੇ ਕੰਟਰੀ ਵਾਲੇ ਕਿਸਾਨ ਨੇਗੇ, ਜਿਵੇਂ ਕੈਨੇਡਾ ਅਮਰੀਕਾ ਦੇ ਵਿੱਚ ਜਿਹੜੇ ਵੀ ਜਿੰਨੀ ਵੀ ਖੇਤੀ ਕਰਦੇ ਨੇਗੇ, ਉਹਨਾਂ ਕੋਲ ਸਾਰਿਆਂ ਦੇ ਸਮਾਨ ਐਵੇਂ ਪਾਇਆ ਹੁੰਦਾ A to Z। ਇੱਥੋਂ ਆਪਣੇ ਡਰੈਸ ਜੀ ਪਾਈ ਹੁੰਦੀ ਹੈ, ਥੱਲੇ ਵੱਡੇ ਬੂਟ ਪਾਏ ਹੁੰਦੇ ਨੇ, ਸਾਰਾ ਕੁਝ ਹੁੰਦਾ। ਪਰ ਸਾਡੇ ਵਾਲੇ ਪੰਜਾਬ ਵਾਲੇ ਜੱਟ ਉਵੇਂ ਜਖਰੂ ਧੱਕੀ ਫਿਰਦੇ ਰਹਿੰਦੇ ਨੇ, ਕਿਉਂਕਿ ਜਾਨ ਵਾਲੀ ਆ ਲੋਕਾਂ ਦੇ ਵਿੱਚ ਵੀ। ਇਹ ਚੀਜ਼ ਦਾ ਬਹੁਤ ਫਰਕ ਹੈ। ਆਪਣੇ ਲੋਕਾਂ 'ਚ ਜ਼ੋਰ ਬਹੁਤ ਆ, ਪਰ ਆਹ ਗੱਲਾਂ ਦਾ ਵੀ ਹੁਣ ਜ਼ਰੂਰੀ ਹੋ ਗਿਆ, ਕਿਉਂਕਿ ਯੂਰੀਆ ਅਸੀਂ ਕਿੰਨਾ ਯੂਰੀਆ ਪਾ ਕੇ ਅਸੀਂ ਆਪਦੇ ਸਰੀਰ ਵੀ ਖਤਮ ਕਰੀਏ ਨੇ। ਵੱਡੀ ਹੋਰ ਬੇਨਤੀ ਕਰ ਲੱਗਦਾ, ਦੂਜੀ ਮੈਂ ਸਭ ਤੋਂ ਵੱਡੀ ਹੋਰ ਬੇਨਤੀ ਕਰ ਲੱਗਦਾ। ਦੂਜੀ ਸਭ ਤੋਂ ਵੱਡੀ ਬੇਨਤੀ ਇਹ ਆ, ਲਾਉਣ ਤੋਂ ਬਾਅਦ ਤੁਸੀਂ ਅੱਧੀ ਬੋਰੀ ਪਾਉਣੀ ਆ ਪਹਿਲਾਂ। ਜਿਵੇਂ ਹੁਣ ਆਹ ਖੜਾ, ਹੁਣ ਅਸੀਂ ਬੋਰੀ ਕਿੱਲੇ ਦੀ ਪਾਵਾਂਗੇ, ਪਹਿਲਾਂ ਅਸੀਂ ਪਾਈ ਸੀ ਅੱਧੀ ਬੋਰੀ, ਕਿਉਂਕਿ ਸਾਡੇ ਕਿਸਾਨ ਭਰਾ ਕੀ ਕਰਦੇ ਨੇ, ਬੋਰੀ ਕਿੱਲੇ ਦੀ ਠੋਕਣ ਲੱਗ ਜਾਂਦੇ ਨੇ। ਬੋਰੀ ਕਿੱਲੇ ਦੀ ਠੋਕਣੀ ਬਹੁਤ ਵੱਡੀ ਗਲਤੀ ਹੈ, ਕਿਉਂਕਿ ਹਜੇ ਉਦੋਂ ਜੇ ਇੱਕ ਜਵਾਕ ਹੈ, ਇੱਕ ਜਵਾਕ ਛੋਟਾ ਜਵਾਕ ਹੈ, ਜੇਕਰ ਤੁਸੀਂ ਇੱਕ ਛੋਟੇ ਜੰਮਦੇ ਜਵਾਕ ਨੂੰ ਤੁਸੀਂ ਕਹੋਗੇ ਵੀ ਅਸੀਂ ਅੱਧਾ ਲੀਟਰ ਦੁੱਧ ਦਾ ਪਿਉਣਾ, ਉਹ ਪੀ ਲੂਗਾ? ਨਹੀਂ ਪੀ ਸਕਦਾ। ਜਿਵੇਂ ਕਿ ਬੰਦਾ ਵੱਡਾ ਹੁੰਦਾ ਉਹਦੀ ਉਵੇਂ ਖੁਰਾਕ ਵੱਧਦੀ ਹੈ ਜਵਾਕ ਦੀ। ਇਸ ਤਰ੍ਹਾਂ ਗੱਲ ਹੀ ਆਪਣੇ ਝੋਨੇ ਦੀ, ਇਸ ਤਰ੍ਹਾਂ ਗੱਲ ਹੀ ਫਸਲ ਦੀ ਹੈ। ਤੁਸੀਂ ਪਹਿਲਾਂ ਹੀ ਬੋਰੀ ਨਾਲ ਠੋਕਿਆ ਕਰੋ। ਇੱਕ ਤਾਂ ਅਸੀਂ ਜਾਣ ਕੇ ਵਾਧੂ ਹੀ ਯੂਰੀਆ ਪਾਈ ਜਾਂਦਾ, ਯੂਰੀਆ ਪਾ ਸਾਡਾ ਆਪਣਾ ਸੱਤਿਆਨਾਸ਼ ਹੋ ਜਾਂਦਾ। ਮੈਂ ਤਾਂ ਸਰਕਾਰ ਨੂੰ ਵੀ ਬੇਨਤੀ ਕਰਦਾ ਵੀ ਇਹ ਯੂਰੀਆ ਦੇ ਵਿੱਚੋਂ ਕੱਢੋ, ਵੀ ਇਹ ਝੋਨੇ ਦੀ ਫਸਲ ਬੰਦ ਕਰੋ, ਉੱਥੇ ਬਦਲਾਅ ਕਰੋ, ਫਸਲਾਂ ਦਾ ਹੋਰ ਬੀਜਣੇ ਚਾਹੀਦੇ ਨੇ। ਹੋਰ ਕਿੰਨੀਆਂ ਮਹਿੰਗੀਆਂ ਫਸਲਾਂ ਨੇਗੀਆਂ। ਬਹੁਤ ਸਾਰੇ ਲੋਕਾਂ ਦਾ ਸਵਾਲ ਹੁੰਦਾ, ਮੈਂ ਬਾਰ-ਬਾਰ ਇੱਕ ਗੱਲ ਬੋਲਦਾ ਹੁੰਦਾ ਕਿ ਜਿਹੜੇ ਜੱਟ ਜਾਣ ਕੇ ਨਹੀਂ ਝੋਨੇ ਦੀ ਖੇਤੀ ਬਦਲਦੇ, ਵੀ ਜਾਣ ਕੇ ਜੱਟ ਝੋਨਾ ਲਾਉਂਦੇ ਨੇਗੇ। ਜੱਟਾਂ ਦਾ ਵੀ ਜੀ ਕਰਦਾ ਫਸਲ ਬਦਲਣ ਨੂੰ, ਕਿਉਂਕਿ ਇਹਦਾ ਮੰਡੀ ਕਰਨਾ, ਹੋਰ ਫਸਲਾਂ ਦਾ ਮੰਡੀ ਕਰਨੀ ਹੈਗਾ। ਇਹਦਾ ਵੀ ਹੁਣ ਮੰਡੀਕਰਨ ਟੁੱਟਣ ਦੇ ਪਿਆ, ਕਿਉਂਕਿ ਸਾਰੇ ਇਕੱਠੇ ਹੋ ਜਾਓ, ਆਪਾਂ ਜਿਹੜਾ ਪੰਜਾਬ ਦਾ ਮੰਡੀ ਬੋਰਡ ਆ ਟੁੱਟਣ ਨਹੀਂ ਦੇਣਾ। ਇਹ ਵੀ ਗੱਲ ਯਾਦ ਰੱਖੋਗੇ ਹੁਣ, ਕਿਉਂਕਿ ਪਾਣੀ ਖੜਾ। ਤੁਸੀਂ ਇਹ ਦੇਖ ਲਓ ਵੀ ਕਿੰਨਾ ਪਾਣੀ ਖੜਾ ਸਾਰੇ ਪੰਜਾਬ ਦੇ ਵਿੱਚ। ਸਭ ਤੋਂ ਵੱਡੀ ਆਉਣ ਵਾਲੀ ਸਮੱਸਿਆ ਪੰਜਾਬ ਦੇ ਵਿੱਚ ਜਿਹੜੀ ਹੈਗੀ ਆ ਕਿ ਪੰਜਾਬ ਦਾ ਪਾਣੀ ਖਤਮ ਹੋ ਜਾਊਗਾ। ਆਏ ਸਾਲ 5-6 ਫੁੱਟ ਥੱਲੇ ਪਾਣੀ ਜਾਂਦਾ। ਆਏ ਸਾਲ ਸਾਨੂੰ ਪਤਾ, ਆਏ ਸਾਲ ਨਵੀਂ ਡਿਲੀਵਰੀ ਸਾਰਿਆਂ ਨੂੰ ਪਾਉਣੀ ਪੈਂਦੀ ਹੈ ਮੋਟਰਾਂ ਦੇ ਵਿੱਚ। ਇਹ ਗੱਲ ਦਾ ਵੀ ਖਿਆਲ ਰੱਖੋ, ਕਿਉਂਕਿ ਜਿਹੜੀਆਂ ਸਰਕਾਰਾਂ ਨੇਗੀਆਂ ਇਹਦਾ ਘੁੱਗੂ ਆਪਣੇ ਮੰਤਰੀ ਤਿਆਰ ਬਣੇ ਹੋਏ ਨੇ, ਇਹਨਾਂ ਨੂੰ ਕੁਝ ਨਹੀਂ ਪਤਾ, ਵੀ ਆਪਣੇ ਜ਼ਿਮੀਂਦਾਰ ਦੀਆਂ ਸਮੱਸਿਆ ਦਾ ਬਿਲਕੁਲ ਨਹੀਂ ਪਤਾ। ਪੰਜਾਬ ਦਾ ਜੇ ਹੁਣ ਝੋਨੇ ਦੀ ਮੈਂ ਗੱਲਬਾਤ ਕਰਾਂ, ਪੰਜਾਬ ਸਰਕਾਰ ਅੱਗੇ ਝੋਨੇ ਦੀ ਮੈਂ ਗੱਲਬਾਤ ਕਰਾਂ, ਮੈਂ ਦੱਸਣਾ ਚਾਹਣਾ, ਜੇਕਰ ਝੋਨਾ ਪੰਜਾਬ ਦੇ ਵਿੱਚ 50% ਜਿਹੜਾ ਹੁਣ 100% ਰਕਬਾ ਝੋਨੇ ਹੇਠ ਹੈ, ਜੇ ਪੰਜਾਬ ਦੇ ਹੇਠ 50% ਝੋਨੇ ਦਾ ਰਕਬਾ ਰਹੇਗਾ ਤਾਂ ਝੋਨੇ ਦਾ ਰੇਟ 5000 ਰੁਪਏ ਪ੍ਰਤੀ ਕੁਇੰਟਲ ਹੋਊ।
ਹੋਰ ਫਸਲਾਂ ਬੀਜਣ ਲੱਗ ਗਈਆਂ। ਇਸ ਤਰ੍ਹਾਂ ਹੀ ਹੁਣ ਕਣਕ ਦੀ ਖੇਤੀ ਹੈ, ਜੇ ਕਣਕ ਦੀ ਖੇਤੀ ਦੀ ਥਾਂ ਤੇ ਹੁਣ ਖਸਖਸ ਦੀ ਖੇਤੀ ਸ਼ੁਰੂ ਹੋ ਜੇ ਤਾਂ ਕਣਕ ਵੀ 5-6 ਹਜ਼ਾਰ 7,000 ਰੁਪਏ ਪ੍ਰਤੀ ਕੁਆਂਟਲ ਵਿਕੂ। ਜਿਹੜੇ ਇਹ ਗੱਲਾਂ ਕਰਦੇ ਨੇ ਵੀ ਪੰਜਾਬ ਅਨਾਜ ਦੇ ਭੰਡਾਰੇ ਫੁੱਲ ਪੈ ਨੇਗੇ, ਜੇ ਕਿ ਪੰਜਾਬ ਦੇ ਵਿੱਚ ਇਹ ਦੋਨੇ ਫਸਲਾਂ ਦੀ ਖੇਤੀ ਘਟ ਗਈ, ਅਨਾਜ ਤਾਂ ਮਿੰਟਾਂ 'ਚ ਇਹਨਾਂ ਦੇ ਖਜ਼ਾਨੇ ਸਾਰਿਆਂ ਚੋਂ ਘਟ ਜੂਗਾ। ਇਹ ਜਾਣ ਕੇ ਡਰਾਮੇ ਕਰਦੇ ਨੇ ਸਾਨੂੰ ਰੇਟ ਦੇਣ ਦੇ ਮਾਰੇ। ਹੁਣ ਮੇਰੇ ਮੋਢੇ ਤੇ ਬੋਰੀਆਂ ਨੇ ਲੱਦੀਆਂ ਹੋਈਆਂ, ਹੁਣ ਤੈਨੂੰ ਤਾਂ ਭਾਰ ਆ, ਮੈਥੋਂ ਬਾਹਲੀਆਂ ਗੱਲਾਂ ਹੁੰਦੀਆਂ ਨੇ, ਮੈਂ ਹੋਰ ਨਾਲ ਹੁੰਦੇ ਤੁਹਾਨੂੰ ਮੈਂ ਦੱਸਦਾ ਰਹਿਣਾ। ਲਿਆ ਵੀ ਥੋੜੀ ਜਿਹੀ ਗੱਲਬਾਤ ਇੱਕ ਮੈਂ ਹੋਰ ਦੱਸਣ ਲਈ ਜਾ ਰਿਹਾ। ਜੇਕਰ ਪੰਜਾਬ ਦੇ ਵਿੱਚੋਂ ਝੋਨੇ ਦੀ ਖੇਤੀ ਨਾ ਘਟਾਏਗੀ ਤਾਂ ਪੰਜਾਬ ਇੱਕ ਦਿਨ ਤੁਹਾਨੂੰ ਪਤਾ ਕਿ ਪੰਜਾਬ ਦੇ ਵਿੱਚੋਂ ਪਾਣੀ ਮੁੱਕ ਜਾਣਾ, ਇੱਥੇ ਬੰਜਰ ਜ਼ਮੀਨ ਹੋ ਜਾਣੀ, ਕਿਉਂਕਿ ਪਾਣੀ ਦੀ ਸਭ ਤੋਂ ਵੱਡੀ ਪ੍ਰੋਬਲਮ ਆ ਰਹੀ ਹੈ। ਜਿਹੜੀਆਂ ਸਰਕਾਰਾਂ ਦੀ ਹੁਣ ਆਪਾਂ ਗੱਲ ਕਰਦੇ, ਜਿਵੇਂ ਕਿ ਕੋਈ ਆਪਣੇ ਸਰਕਾਰੀ IPS ਜਾਂ PCS ਅਫਸਰ ਨੇ ਜਾਂ ਆਪਣੇ ਲੀਡਰ ਨੇਗੇ, ਮੇਨ ਹੱਥ ਜਿਹਦੇ ਹੱਥ 'ਚ ਪਾਵਰ ਹੈ, ਜਿਹਦੇ ਹੱਥ 'ਚ ਸ਼ਕਤੀ ਹੈ, ਉਹ ਕੁਝ ਵੀ ਕਰ ਸਕਦਾ, ਕਿਉਂਕਿ ਉਹਨਾਂ ਨੂੰ ਪਤਾ ਹੀ ਨਹੀਂ ਪੰਜਾਬ ਦੇ ਕਿਸਾਨਾਂ ਦੀ ਮੁਸ਼ਕਿਲ ਕੀ ਹੈ। ਪੰਜਾਬ ਦੀ ਜੇਕਰ ਖੇਤੀ ਬਦਲੀ ਜਾਵੇ, ਹੁਣ ਮੈਂ ਤੁਹਾਨੂੰ ਸ਼ਾਰਟਕਟ ਇੱਕ ਹੋਰ ਗੱਲ ਦੱਸਦਾ। ਅੱਜ ਆਲੂ 30 ਤੋਂ 40 ਰੁਪਏ ਪ੍ਰਤੀ ਕਿਲੋ ਵਿਕ ਰਿਹਾ ਮੰਡੀਆਂ ਦੇ ਵਿੱਚ, ਬਾਜ਼ਾਰ ਦੇ ਵਿੱਚ ਤੁਸੀਂ ਦੇਖ ਲਓ 30-40 ਰੁਪਏ ਕਿਲੋ ਵਿਕ ਰਿਹਾ। ਉਹ ਰੇਟ ਕਿਸਾਨ ਨੂੰ ਤਾਂ ਨਹੀਂ ਮਿਲਿਆ। ਜੇਕਰ ਪੰਜਾਬ ਦੇ ਵਿੱਚ ਅਨੇਕਾਂ ਫਸਲਾਂ ਨੇ, ਕਿੰਨੀਆਂ ਫਸਲਾਂ ਨੇ ਪੰਜਾਬ ਦੇ ਵਿੱਚ, ਜੇਕਰ 5-5 ਪਿੰਡਾਂ ਦਾ ਇੱਕ ਸਰਕਾਰੀ ਕੋਲਡ ਸਟੋਰ ਬਣਾਇਆ ਜਾਵੇ ਤਾਂ ਜਿਵੇਂ ਕਿ ਹੁਣ ਕੱਦੂ, ਘੀਆ, ਜਿਹੜਾ ਹੁਣ ਕਿੰਨੀਆਂ ਸਬਜ਼ੀਆਂ ਨੇ ਜਿਹੜੀਆਂ ਕਿ ਉਹੀ ਭੰਗ ਦੇ ਪਾਣੀ ਜਾਈ ਜਾਂਦੇ ਨੇ, ਜਿਨ੍ਹਾਂ ਦਾ ਕਿ ਡੱਕਾ ਰੇਟ ਹੀ ਨਹੀਂ ਮਿਲ ਰਿਹਾ, ਕਿਉਂਕਿ ਜਦੋਂ ਵਾਹਣ ਕਣਕ ਤੋਂ ਬਾਅਦ ਵਿਹਲੇ ਹੁੰਦੇ ਨੇ ਸਾਡੇ ਜ਼ਿਮੀਂਦਾਰ ਸਬਜ਼ੀ ਬੀਜਦੇ ਨੇਗੇ। ਹੁਣ ਉਹ ਸਬਜ਼ੀ ਕੱਖਾਂ ਦੇ ਭਾਅ ਵਿਕ ਰਹੀ ਹੈ, ਕੱਖਾਂ ਦੇ ਭਾਅ। ਜੇਕਰ ਕੋਲਡ ਸਟੋਰ ਹੋਣ, 5-5 ਪਿੰਡਾਂ ਦਾ ਕੋਲਡ ਸਟੋਰ ਬਣਿਆ ਹੋਵੇ ਤਾਂ ਉਹ ਸਬਜ਼ੀ ਜਿਵੇਂ ਕਿ ਆਲੂ, ਕਿੰਨੀਆਂ ਚੀਜ਼ਾਂ ਨੇ, ਉਹ ਸਾਂਭ ਕੇ ਅਗਲਾ ਜਦੋਂ ਰੇਟ ਵੱਧਦਾ ਉਦੋਂ ਕਿਸਾਨ ਵੇਚ ਲਈ। ਇਹਦਾ ਕਿਸਾਨ ਨੂੰ ਮੁਨਾਫਾ ਨਹੀਂ ਹੁੰਦਾ, ਇਹ ਚੀਜ਼ ਦਾ ਹੁੰਦਾ ਵਪਾਰੀਆਂ ਨੂੰ ਮੁਨਾਫਾ। ਇਸ ਕਰਕੇ ਕਹਿਣਾ ਵੀ ਜਿਹੜੀ ਪੰਜਾਬ ਦੇ ਵਿੱਚ ਸਭ ਤੋਂ ਮੇਨ ਚੀਜ਼ ਹੈ, ਖੇਤੀ ਚੀਜ਼ ਹੈ। ਸਭ ਦੀ ਚੀਜ਼ਾਂ ਦੀ ਜੜ ਹੈ ਕਿਸਾਨੀ ਜੜ ਹੈ। ਕਿਸੇ ਵੀ ਚੀਜ਼ ਨੂੰ, ਇੰਡਸਟਰੀ, ਫੈਕਟਰੀ ਨੂੰ, ਕਿਸੇ ਵੀ ਚੀਜ਼ ਨੂੰ ਚਲਾਉਣ ਵਾਲੀ ਖੇਤੀ ਹੈ। ਇਹ ਬਦਲਣੀ ਬਹੁਤ ਜ਼ਰੂਰੀ ਹੈ, ਕਿਉਂਕਿ ਅਸੀਂ ਯੂਰੀਆ ਸਿੱਟ ਸਾਡੀ ਮਜਬੂਰੀ ਬਣੀ ਪਈ ਹੈ, ਕਿਉਂਕਿ ਸਾਡੇ ਲੋਕਾਂ ਦੇ ਕਰਜ਼ੇ ਚੱਕੇ ਹੋਏ ਨੇ। ਉਹਨਾਂ ਨੂੰ ਪਤਾ ਹੈ ਵੀ ਜੇਕਰ 35-40 ਕੁਇੰਟਲ, ਜੇਕਰ 30-35 ਕੁਇੰਟਲ ਨਾ ਝੋਨਾ ਨਿਕਲਿਆ ਤਾਂ ਜਿਹੜੇ ਸੀ ਲਿਮਟਾਂ ਚੱਕੇ ਨੇ ਕਰਜ਼ਾ ਭਰਨਾ, ਉਹ ਕਿਵੇਂ ਭਰਾਂਗੇ? ਤਾਂ ਕਰਕੇ ਸਾਡੇ ਕਿਸਾਨ ਵੱਧ ਯੂਰੀਆ ਪਾਉਂਦੇ ਨੇ। ਜੇਕਰ ਇਹਨਾਂ ਦਾ ਇੱਕ ਸਰਕਾਰ ਦਾ ਜੇਕਰ ਇੱਕ ਰੱਖਿਆ ਹੋਵੇ ਵੀ ਜਿਹਦੇ ਵਿੱਚ ਯੂਰੀਆ ਘੱਟ ਹੋਊਗਾ, ਹੁਣ ਅਸੀਂ 4,000 ਰੁਪਏ ਪ੍ਰਤੀ ਕੁਇੰਟਲ ਝੋਨਾ ਖਰੀਦਾਂਗੇ ਤਾਂ ਸਾਡੇ ਕਿਸਾਨ ਆਟੋਮੈਟਿਕ ਯੂਰੀਆ ਪਾਉਣੋਂ ਘਟਾ ਦੇਣ। ਹੁਣ 3-3 4-4 ਬੋਰੀਆਂ ਦਾ ਪਾਉਣਗੇ ਕਿਸਾਨ, 4-4 ਬੋਰੀਆਂ ਪਾਉਂਦੇ ਨੇਗੇ ਆਰਾਮ ਨਾਲ। ਪਰ ਇੱਕ ਗੱਲ ਤਾਂ ਸਾਡੇ ਕਿਸਾਨਾਂ ਨੂੰ ਮੈਂ ਬੇਨਤੀ ਕਰਨਾ ਚਾਹੁੰਦਾ, ਬਾਹਲਾ ਯੂਰੀਆ ਵੀ ਤੁਹਾਨੂੰ ਪਤਾ ਕਿ ਜ਼ਿਆਦਾ ਯੂਰੀਆ ਪਾਏ ਨਾਲ ਝੋਨਾ ਵੀ ਡਿੱਗਦਾ ਲਾਸਟ ਤੇ ਆ ਕੇ, ਤੇ ਬਿਮਾਰੀਆਂ ਵੀ ਲਾਸਟ ਤੇ ਆ ਕੇ ਪਾਉਂਦੀਆਂ ਨੇ। ਜ਼ਿਆਦਾ ਯੂਰੀਆ ਪਾਏ ਦਾ ਵੀ ਨਹੀਂ ਫਾਇਦਾ, ਬੱਤ ਹਿਸਾਬ ਦਾ ਯੂਰੀਆ ਪਾਓ। ਪਰ ਸਾਡੇ ਕਿਉਂਕਿ ਅੰਨੇ ਹੋਏ ਹੁੰਦੇ ਨੇ ਵੀ ਫਸਲ ਵੱਧ ਕੱਢਣੀ ਆ। ਮੈਂ ਸਾਰੀਆਂ ਦੀ ਜੜ ਮੈਂ ਕਿਉਂਕਿ ਇਹ ਸਾਰਿਆਂ ਦਾ ਕਾਰਨ ਸਰਕਾਰ ਹੈ, ਗੌਰਮੈਂਟ ਹੈ। ਕਿਉਂਕਿ ਜੇਕਰ ਗੌਰਮੈਂਟ ਪੰਜਾਬ ਦੀ ਖੇਤੀ ਬਦਲੇ ਤਾਂ ਜਿਹੜਾ ਪੂਰੀ ਜਿਹੜੀ ਆਪਣੀ ਕੇਂਦਰ ਸਰਕਾਰ ਹੈ, ਸੈਂਟਰ ਸਰਕਾਰ ਹੈ, ਇਹ ਤਾਂ ਹੱਥ ਬੰਨਿਆ ਕਰੂ ਪੰਜਾਬ ਅੱਗੇ ਵੀ ਸਾਨੂੰ ਅਨਾਜ ਪੈਦਾ ਕਰਕੇ ਦਿਓ, ਸਾਨੂੰ ਆਹ ਪੈਦਾ ਕਰਕੇ ਦਿਓ। ਕਿਉਂਕਿ ਜਿਹੜੀਆਂ ਹੋਰ ਸਟੇਟਾਂ ਨੇਗੀਆਂ, ਹੋਰ ਰਾਜ ਨੇਗੇ, ਉਹ ਕਿਹੜਾ ਪੰਜਾਬ ਜਿੰਨੀ ਉਹਨਾਂ ਦੀ ਧਰਤੀ ਉਪਜਾਊ ਆ। ਹਿਮਾਚਲ 'ਚ ਪੱਥਰ ਪਿਆ, ਰਾਜਸਥਾਨ 'ਚ ਰੇਤਾ ਪਿਆ, ਉੱਧਰ ਕੋਈ ਇੰਨੀ ਉਪਜਾਊ ਧਰਤੀ ਨਹੀਂ ਹੈਗੀ। ਮਹਾਰਾਸ਼ਟਰ 'ਚ ਦੇਖ ਲਓ, ਕਿਤੇ ਵੀ ਦੇਖ ਲਓ, ਪਰ ਸਭ ਤੋਂ ਵੱਧ ਪੰਜਾਬ ਦੀ ਧਰਤੀ ਆ। ਸੈਂਟਰ ਸਰਕਾਰ ਜਿਹੜੀ ਹੁਣ ਮੰਨ ਕੇ ਚੱਲ ਪੰਜਾਬ ਦੀਆਂ ਫਸਲਾਂ ਲੈਣ ਲਈ ਐਵੇਂ ਜਿਹੜਾ ਹੁਣ ਮੰਡੀ ਬੋਰਡ ਦਾ ਜਾਂ ਹੋਰ ਬਿਲਾਂ ਤੇ ਨੁਕਤਾਚੀਨੀ ਜੀ ਕਰਦੇ ਨੇ ਤਾਂ ਹੱਥ ਬੰਨ੍ਹਿਆ ਕਰਨਗੇ, ਭੁੱਖੇ ਮਰਨਗੇ ਜੇਕਰ ਪੰਜਾਬ ਦੇ ਵਿੱਚ ਝੋਨੇ ਦੀ ਝੋਨਾ ਘਟ ਗਿਆ, ਜੇਕਰ ਕਣਕ ਘਟ ਗਈ। ਇਹ ਗੱਲ ਯਾਦ ਰੱਖੋ। ਪਰ ਪੰਜਾਬ ਦੀ ਜਿਹੜੀ ਗੌਰਮੈਂਟ ਆ, ਇਹ ਵੀ ਕੱਟੜੇ ਝੋਲੀ ਪਾਇਆ ਹੋਇਆ, ਇਹਨਾਂ ਨੂੰ ਕੁਝ ਨਹੀਂ ਪਤਾ। ਸਭ ਤੋਂ ਮੇਨ ਚੀਜ਼ ਆ ਕਿਸਾਨੀ ਵੱਲ ਧਿਆਨ ਦਿਓ। ਖੇਤੀ ਕੱਲੀ ਕਿਸਾਨ ਦੀ ਕੋਈ ਮੁਸ਼ਕਲ ਸੁਣੋ। ਜਿਵੇਂ ਕਿ ਸਰਕਾਰੀ ਮੁਲਾਜ਼ਮਾਂ ਦੀ ਹੁੰਦੀ ਆ ਪੱਕੀ ਤਨਖਾਹ, ਮੈਂ ਤਾਂ ਕਹਿਣਾ ਐਵੇਂ ਪੱਕੀ ਕਿਸਾਨਾਂ ਦੀ ਤਨਖਾਹ ਹੀ ਬਣਨੀ ਚਾਹੀਦੀ ਹੈ। ਸਾਰਾ ਕੁਝ ਕਿਸਾਨਾਂ ਨੂੰ ਹੋਣਾ ਚਾਹੀਦਾ। ਕਿਸਾਨ ਨੂੰ ਪੂਰੀਆਂ ਫੈਸਿਲਿਟੀਆਂ ਮਿਲਣੀਆਂ ਚਾਹੀਦੀਆਂ ਨੇ, ਕਿਉਂਕਿ ਕਿਸਾਨ ਇੱਕ ਅੰਨ ਦੇਵਤਾ ਹੈ, ਅੰਨਦਾਤਾ, ਕਿਉਂਕਿ ਸਾਰੇ ਸਿਸਟਮ ਨੂੰ ਚਲਾਉਣ ਵਾਲਾ ਕਿਸਾਨ ਹੈ। ਇਸ ਕਰਕੇ ਕਹਿੰਦੇ ਹੁੰਦੇ ਆ ਵੀ ਪਤਾ ਤਾਂ ਸਾਨੂੰ ਸਾਰਾ ਕੁਝ ਹੈ। 10 ਸਾਲ ਦਾ ਜਦੋਂ ਅਸੀਂ ਖੇਤੀ ਕਰਨ ਲੱਗੇ, 8-10 ਸਾਲ ਦਾ ਜਦੋਂ ਅਸੀਂ ਖੇਤੀ ਦੇ ਵਿੱਚ ਪਏ ਹੋਏ ਹਾਂ। ਹੁਣ ਚਲੋ ਠੀਕ ਹੈ, ਕਲਾਕਾਰੀ ਲੈਣਾ ਸਾਡੀ ਨਾਲ ਚੱਲਦੀ ਰਹਿੰਦੀ ਹੈ, ਪਰ ਅਸੀਂ ਆਪਦੀ ਖੇਤੀ ਦਾ ਕੰਮ ਵੀ ਨਹੀਂ ਨਾਲ ਛੱਡਦੇ। ਖੇਤੀ ਅਸੀਂ ਕਰਦੇ ਹਾਂ, ਆਪਦੀ ਸਾਰੇ ਕੰਮ ਆਪ ਕਰਦੇ ਹਾਂ। ਉਹ ਲੰਡੂ ਕਲਾਕਾਰਾਂ ਜਾਂ ਲੰਡੂ ਸਿੰਗਰਾਂ ਵਾਂਗੂ ਨਹੀਂ ਹੈਗਾ ਵੀ ਅਸੀਂ ਮਹਾਲੀ ਦੇ ਵਿੱਚ ਲੈ ਕੇ ਫਲੈਟ ਉੱਤੇ ਸੁਲਫੇ ਵਾਲੀ ਜਾਵਾਂਗੇ ਜਾਂ ਉੱਥੇ ਬਹਿ ਕੇ। ਅੱਜ ਜਿਹੜਾ ਸਿਸਟਮ ਦੁਨੀਆ ਦੇ ਵਿੱਚ ਚੇਂਜ ਆਈ ਹੈ ਨਾ, ਅੱਜ ਚੇਂਜਿੰਗ ਆਈ ਹੈ। ਚੰਡੀਗੜ੍ਹ ਜਾਂ ਉੱਥੇ ਰਹਿ ਕੇ ਕੋਈ ਆਰਟਿਸਟ, ਕੋਈ ਸਿੰਗਰ ਨਹੀਂ ਬਣ ਸਕਦਾ। ਆਪਦੇ ਅੱਜ ਕੱਲ੍ਹ ਲੋਕਾਂ ਦੀ ਦਿੱਤੀ ਹੋਈ ਪਾਵਰ ਆ, ਲੋਕਾਂ ਦਿੱਤਾ ਹੋਇਆ ਪਿਆਰ ਆ ਆਪਦਾ। ਜੇਕਰ ਤੁਹਾਡੇ 'ਚ ਕਿਸੇ 'ਚ ਮੰਨ ਕੇ ਚੱਲ ਕੋਈ ਕਲਾ ਹੈਗੀ ਆ ਤਾਂ ਦਮ ਹੈਗਾ, ਤਾਂ ਸੋਸ਼ਲ ਨੈਟਵਰਕ ਕਿੰਨਾ ਵਧੀਆ ਜ਼ਰੀਆ ਬਣਿਆ ਹੋਇਆ, ਬਹੁਤ ਤਕੜਾ ਜ਼ਰੀਆ ਬਣਿਆ ਹੋਇਆ। ਇਹਦੇ ਜ਼ਰੀਏ ਤੁਸੀਂ ਆਪਦੀ ਕੋਈ ਵੀ ਕਲਾ ਅੱਗੇ ਲੈ ਸਕਦੇ ਹੋ।
ਉੱਥੇ ਵਾਧੂ ਖਰਚੇ ਕਰੀ ਜਾਂਦੇ ਨੇ, ਉੱਥੇ ਬੈਠੇ ਰਹਿੰਦੇ ਨੇ, ਮਾਂ-ਬਾਪ ਦੇ ਖਰਚੇ ਕਰੀ ਜਾਂਦੇ ਨੇ, ਸਿੰਗਰ ਬਣਨਾ, ਅਸੀਂ ਐਕਟਰ ਬਣਨਾ, ਬਣਦੇ ਕੁਝ ਨਹੀਂ ਗੇ, ਉੱਥੇ ਧੱਕੇ ਖਾ ਕੇ ਮੁੜੇ ਆਉਂਦੇ ਨੇ। ਆਪਦੇ ਘਰ ਦੇ ਕੰਮ ਕਰਨੇ ਵੀ ਜ਼ਰੂਰੀ ਨੇ, ਆਪਦੀ ਖੇਤੀ ਕਰਨੀ ਵੀ ਜ਼ਰੂਰੀ ਹੈ, ਜਿਹੜਾ ਤੁਹਾਡਾ ਜੱਦੀ ਪੁਸ਼ਤੀ ਧੰਦਾ ਉਹ ਕਰਨਾ ਬਹੁਤ ਜ਼ਰੂਰੀ ਹੈ।